ਬੇਹੱਦ ਦੀ ਪਰਮ ਮਹਾਸ਼ਾਂਤੀ ਬਾਪੂ ਜੀ ਦਸ਼ਰਥ ਭਾਈ ਪਟੇਲ ਜੀ ਦੇ ਪੰਜਾਬੀ YouTube ਚੈਨਲ ਪੰਜਾਬੀ ਵਿੱਚ ਅਨੰਤ ਗਿਆਨ ਵਿੱਚ ਆਪ ਜੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਆਤਮਾ ਦੇ 10 ਅਣਜਾਣੇ ਭੇਦ। ਇਸ ਵੀਡੀਓ ਤੇ ਅਨੰਤ ਜੀ ਬਾਪੂ ਜੀ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਆਤਮਾ ਦੇ ਕੁਝ ਅਣਜਾਣੇ ਰਾਜ ਪੁੱਛਦੇ ਹਨ ਤੇ ਉਹਨਾਂ ਤੋਂ ਸਵਾਲ ਕਰਦੇ ਹਨ ਕਿ ਹਰ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿਉਂ ਹੈ, ਕਿੱਥੋਂ ਦੀ ਆਇਆ ਹੈ, ਉਸ ਦੀ ਆਤਮਾ ਕਿਉਂ ਬਣੀ, ਕਿਸ ਤਰ੍ਹਾਂ ਬਣੀ, ਕਿਸ ਤਰੀਕੇ ਤੋਂ ਬਣੀ। ਇਹ ਕੁਝ ਸਵਾਲ ਹਨ ਜਿਸ ਦਾ ਹਰ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਤੇ ਮੈਂ ਅਜਿਹੇ 10 ਸਵਾਲ ਤਿਆਰ ਕੀਤੇ ਹਨ। ਪਹਿਲਾ ਸਵਾਲ ਹੈ ਕਿ ਆਤਮਾ ਦਾ ਜਨਮ ਅਤੇ ਉਸ ਦਾ ਅੰਤ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਗੀਤਾ ਵਿੱਚ ਦੱਸਿਆ ਗਿਆ ਹੈ, ਆਤਮਾ ਅਜ਼ਰ, ਅਮਰ, ਅਵਿਨਾਸ਼ੀ ਹੈ ਤੇ ਅਸਲੀਅਤ ਵਿੱਚ ਆਤਮਾ ਦਾ ਜਨਮ ਅਤੇ ਅੰਤ ਕਿਸ ਤਰ੍ਹਾਂ ਹੁੰਦਾ ਹੈ। ਆਪ ਜੀ ਦੱਸੋ। ਬਾਪੂ ਜੀ, ਆਤਮਾ ਦਾ ਜਨਮ ਜੋ ਆਤਮਾ ਦਾ ਸਿਰਜਣਹਾਰ ਹੁੰਦਾ ਹੈ, ਜਿਸ ਤਰ੍ਹਾਂ ਸਾਡੇ ਬ੍ਰਹਮੰਡ ਵਿੱਚ ਸ਼ਿਵ ਨੇ ਬ੍ਰਹਮਾ ਦੇ ਰਾਹੀਂ ਸਿਰਜਣਾ ਕਰਵਾਈ ਤੇ ਬ੍ਰਹਮਾ ਨੇ ਸਪਤ ਰਿਸ਼ੀਆਂ ਜਾਣੇ 7 ਰਿਸ਼ੀਆਂ ਦੇ ਰਾਹੀਂ ਸਿਰਜਣਾ ਕਰਵਾਈ ਤੇ ਸ਼ੁਰੂ ਵਿੱਚ ਪਰਮ ਪੁਰਖ ਦੀ ਸਿਰਜਣਾ ਹੁੰਦੀ ਹੈ। ਇਸ ਕਰਕੇ ਆਤਮਾ ਦੀ ਜਦੋਂ ਸਿਰਜਣਾ ਹੋਈ ਉਦੋਂ ਉਹ ਪਰਮ ਪੁਰਖ ਸੀ। ਫਿਰ ਹੌਲੀ ਅਨੇਕਾਂ ਪੁਰਖ ਹੋਏ। ਫਿਰ ਅਨੇਕਾਂ ਨੇ ਆਪਣੇ ਅੰਦਰੋਂ ਪ੍ਰਕਿਰਤੀਆਂ ਨੂੰ ਕੱਢਿਆ। ਪਰਮ ਪ੍ਰਕਿਰਤੀ ਪੁਰਸ਼ ਪ੍ਰਕਿਰਤੀ ਨੇ ਮਿਲ ਕੇ ਬਹੁਤ ਬ੍ਰਹਮੰਡਾਂ ਦੀ ਸਿਰਜਣਾ ਕੀਤੀ। ਫਿਰ ਉਹ ਹੇਠਾਂ ਡਿੱਗਦੇ ਗਏ। ਆਤਮਾ ਦੀ ਅਵਸਥਾ ਡਿੱਗਦੀ ਗਈ। ਇਸ ਤਰ੍ਹਾਂ ਆਤਮਾਵਾਂ ਦੀ ਸਿਰਜਣਾ ਕਰਦੇ ਉਹ ਵੀ ਦੇਵਤਾ ਬਣ ਗਏ। ਦੇਵਤੇ ਵੀ ਸਿਰਜਣਾ ਕਰਦੇ ਗਏ ਤੇ ਉੱਪਰ ਦੇ 7 ਲੋਕ ਬਣੇ। 7 ਲੋਕਾਂ ਤੋਂ ਫਿਰ ਧਰਤੀ ਬਣੀ। ਧਰਤੀ ਵੀ ਕਿਸ ਤਰ੍ਹਾਂ ਬਣੀ ਉਹ ਵੀ ਮੈਂ ਇੱਕ ਵੀਡੀਓ ਵਿੱਚ ਦੱਸਿਆ ਹੋਇਆ ਹੈ। ਧਰਤੀ ਦੀ ਸਿਰਜਣਾ ਕਿਸ ਤਰ੍ਹਾਂ ਹੋਈ, ਧਰਤੀ ਤੇ ਮਨੁੱਖ ਕਿਸ ਤਰ੍ਹਾਂ ਆਏ। ਦੇਵਤਿਆਂ ਤੋਂ ਫਿਰ ਮਨੁੱਖ ਬਣੇ ਤੇ ਮਨੁੱਖਾਂ ਦੀ ਵੀ ਦੇਵਤਿਆਂ ਤੋਂ ਸਿਰਜਣਾ ਹੁੰਦੀ ਗਈ ਅਤੇ ਬ੍ਰਹਮੰਡ ਵਿੱਚ ਵੀ ਸਿਰਜਣਾ ਹੁੰਦੀ ਗਈ। ਜਾਣੀ ਪਰਮ ਪੁਰਖ ਹੀ ਹੇਠਾਂ ਆਉਂਦੇ ਗਏ ਅਤੇ ਦੇਵਤਾ ਬਣੇ। ਸਾਡੇ ਬ੍ਰਹਮੰਡ ਨੂੰ ਬਣੇ ਬ੍ਰਹਮਾ ਦੇ 50 ਸਾਲ ਜਾਣੀ 50 years ਯਾਨੀ ਇੱਕ ਪਰਾਧ ਪੂਰਾ ਹੋ ਗਿਆ ਹੈ। ਦੂਜੇ ਪਰਾਧ ਦੇ ਵੀ 198 ਕਰੋੜ ਜਾਣੀ 198 ਕਰੋੜਵਾਂ ਸਾਲ ਚੱਲ ਰਿਹਾ ਹੈ ਤੇ ਬ੍ਰਹਮਾ ਦਾ ਇੱਕ ਸਾਲ ਬਰਾਬਰ ਹੈ 31 ਖਰਬ ਜਾਂ 31 ਟ੍ਰਿਲੀਅਨ 10 ਅਰਬ ਜਾਣੀ 10 ਬਿਲੀਅਨ 40 ਕਰੋੜ ਜਾਣੀ 40 ਕਰੋੜ years ਹੁੰਦਾ ਹੈ। ਤੇ ਸੋਚੋ ਜੋ ਪਹਿਲੀ ਸ੍ਰਿਸ਼ਟੀ ਬਣੀ ਉਹਨਾਂ ਆਤਮਾਵਾਂ ਦਾ ਕੀ ਹਾਲ ਹੋਏਗਾ। ਕੁੱਲ ਮਿਲਾ ਕੇ ਅੰਦਾਜ਼ੇ ਨਾਲ 1600 ਖਰਬ ਜਾਣੀ 1600 ਟ੍ਰਿਲੀਅਨ years ਹੁੰਦਾ ਹੈ ਪਹਿਲੀ ਸਿਰਜਣਾ ਕੀਤੇ ਹੋਏ। ਅਨੰਤ, ਜਿਸ ਤਰ੍ਹਾਂ ਗੀਤਾ ਵਿੱਚ ਵੀ ਦੱਸਿਆ ਗਿਆ ਹੈ ਕਿ ਆਤਮਾ ਅਜ਼ਰ ਜਾਣੀ ਬੁਢਾਪੇ ਤੋਂ ਰਹਿਤ, ਅਮਰ ਜਾਣੀ ਮਰਨੇ ਤੋਂ ਰਹਿਤ, ਅਵਿਨਾਸ਼ੀ ਜਾਣੀ ਨਾਸ਼ ਤੋਂ ਰਹਿਤ ਹੈ। ਪਰ ਆਪ ਜੀ ਦੱਸਦੇ ਹੋ ਕਿ ਆਤਮਾ ਦਾ ਜਨਮ ਹੀ ਹੁੰਦਾ ਹੈ ਅਤੇ ਆਤਮਾ ਦਾ ਅੰਤ ਵੀ ਹੁੰਦਾ ਹੈ। ਆਤਮਾ ਦੇ ਅੰਤ ਦੇ ਬਾਰੇ ਵਿੱਚ ਅੱਜ ਤੱਕ ਕਿਸੇ ਵੀ ਸ਼ਾਸਤਰਾਂ ਵਿੱਚ ਨਹੀਂ ਦੱਸਿਆ ਗਿਆ ਹੈ। ਬਾਪੂ ਜੀ, ਤੇ ਹੁਣ ਜੋ ਸ਼ੁਰੂਆਤ ਹੋਈ ਹੈ ਨਾ ਕਿ ਆਤਮਾ ਮਨੁੱਖ ਕਿਸ ਤਰ੍ਹਾਂ ਬਣੀ, ਪਰਮ ਪੁਰਸ਼ ਤੋਂ ਦੇਵਤਾ ਅਤੇ ਦੇਵਤਾ ਤੋਂ ਫਿਰ ਮਨੁੱਖ ਤੋਂ ਫਿਰ 84 ਲੱਖ ਜਾਣੀ 84 lakhs ਜੋਨੀਆਂ ਵਿੱਚ ਕਿਸ ਤਰ੍ਹਾਂ ਆਏ। ਸਾਡੇ ਸ਼ਾਸਤਰਾਂ ਵਿੱਚ ਜੋ ਲਿਖਿਆ ਹੈ ਬਿਲਕੁਲ ਸਹੀ ਹੈ, ਉਸ ਨੂੰ ਗਲਤ ਨਹੀਂ ਕਹਿ ਸਕਦੇ ਕਿਉਂਕਿ 1600 ਖਰਬ ਸਾਲ ਜਾਣੀ 1600 ਟ੍ਰਿਲੀਅਨ years ਦਾ ਸਾਡੇ ਬ੍ਰਹਮੰਡ ਦਾ ਇਤਿਹਾਸ ਹੈ। ਹੁਣ ਇਸ ਬ੍ਰਹਮੰਡ ਵਿੱਚ ਜਦੋਂ ਇਹ ਧਰਤੀ ਬਣੀ, ਧਰਤੀ ਤੇ 7 ਯੁੱਗ ਤ੍ਰੇਤਾ, ਦੁਆਪਰ, ਕਲਯੁੱਗ ਚੱਲਦਾ ਰਿਹਾ। ਜਦੋਂ ਮਨੁੱਖ ਬਣੇ ਤੇ ਮਨੁੱਖ ਦਾ ਵੀ ਵਿਨਾਸ਼ ਹੋਣ ਲੱਗਿਆ। ਜਨਮ ਮਰਨਾ ਹੋਇਆ। ਜਨਮ ਵੀ ਕਿਉਂ ਹੋਇਆ? ਪਹਿਲਾਂ ਤੇ ਜਨਮ ਹੀ ਨਹੀਂ ਸੀ ਨਾ। ਪਹਿਲਾਂ ਤੇ ਬ੍ਰਹਮਾ ਦੇ 10 ਸਾਲ ਮਤਲਬ 330 ਖਰਬ ਸਾਲ ਜਾਣੀ 330 ਟ੍ਰਿਲੀਅਨ years ਤੱਕ ਜਨਮ ਮਰਨ ਵੀ ਨਹੀਂ ਸੀ।
ਤੇ ਇਸ ਬ੍ਰਹਮੰਡ ਦੀ ਆਤਮਾ ਦਾ ਮਰਨ ਯਾਨੀ ਆਤਮਾ ਦਾ ਅੰਤ ਕਦੋਂ ਹੁੰਦਾ ਹੈ? ਜਦੋਂ 4 ਯੁੱਗ ਹੁੰਦੇ ਹਨ, ਯਾਨੀ 4 ਯੁੱਗ। ਉਦੋਂ ਅਰਧ ਪ੍ਰਲਯ ਵਿੱਚ, ਫਿਰ ਪ੍ਰਲਯ, ਫਿਰ ਕਲਪ ਪ੍ਰਲਯ ਹੁੰਦਾ ਹੈ। ਉਦੋਂ ਵਿਸ਼ਨੂੰ ਸੂਰਜ ਵਿੱਚ ਪ੍ਰਵੇਸ਼ ਕਰਦੇ 12 ਸੂਰਜਾਂ ਦੀ ਰੋਸ਼ਨੀ ਕਰਕੇ ਭੂਲੋਕ, ਭੁਵਰਲੋਕ, ਸਵਰਗ ਲੋਕ ਤਿੰਨਾਂ ਲੋਕਾਂ ਨੂੰ ਖਤਮ ਕਰ ਦਿੰਦਾ ਹੈ। ਪਰ ਉਸੇ ਵੇਲੇ ਜੋ ਉੱਚੇ ਗੁਣਾਂ ਵਾਲੀ ਆਤਮਾ ਜਾਣੀ ਹਾਈ ਕੁਆਲਿਟੀ ਹੈ, ਉਹ ਚੌਥੇ ਲੋਕ, ਮਹਾਲੋਕ, ਜਨ ਲੋਕ, ਤਪ ਲੋਕ ਵਿੱਚ ਚਲੀ ਜਾਂਦੀ ਹੈ। ਫਿਰ ਉਹਨਾਂ ਵਿੱਚ ਜੋ ਹਲਕੇ ਗੁਣਾ ਜਾਣੀ ਲੋ ਕੁਆਲਿਟੀ ਵਾਲੀ ਆਤਮਾਵਾਂ ਹੁੰਦੀਆਂ ਹਨ, ਉਹਨਾਂ ਦੀ ਸਮਾਪਤੀ ਹੋ ਜਾਂਦੀ ਹੈ। ਕਲਪ ਪ੍ਰਲਯ ਵਿੱਚ ਵੀ ਥੋੜੀ ਆਤਮਾਵਾਂ ਦੀ ਸਮਾਪਤੀ ਹੋ ਜਾਂਦੀ ਹੈ, ਪਰ ਜਦੋਂ ਮਹਾਕਲਪ ਪ੍ਰਲਯ ਹੁੰਦਾ ਹੈ, ਬ੍ਰਹਮਾ ਦੇ 100 ਸਾਲ ਹੁੰਦੇ ਹਨ, ਉਦੋਂ ਬ੍ਰਹਮੰਡ ਦੀ ਉਮਰ ਖਤਮ ਹੋ ਜਾਂਦੀ ਹੈ ਅਤੇ ਉਦੋਂ ਬ੍ਰਹਮੰਡ ਦੇ ਮਾਲਿਕ ਸ਼ਿਵ ਦੇ ਕੋਲ ਪਾਵਰ ਖਤਮ ਹੋ ਜਾਂਦੀ ਹੈ। ਉਦੋਂ ਸ਼ਿਵ ਸੂਰਜ ਵਿੱਚ ਪ੍ਰਵੇਸ਼ ਕਰਕੇ ਮਹਾਕਾਲ ਅਗਨ ਪੈਦਾ ਕਰਕੇ ਸਾਰੇ ਬ੍ਰਹਮੰਡ ਨੂੰ ਆਪਣੇ ਅੰਦਰ ਸਮਾ ਕੇ ਪੂਰਾ ਬ੍ਰਹਮੰਡ ਸਾੜ ਕੇ ਸੁਆਹ ਕਰ ਦਿੰਦਾ ਹੈ ਅਤੇ ਉਸ ਵਿੱਚ ਆਤਮਾਵਾਂ ਦਾ ਅੰਤ ਹੁੰਦਾ ਹੈ। ਤੇ ਬ੍ਰਹਮਾ ਦੇ 100 ਸਾਲ ਜਾਣੀ 100 years ਕਿੰਨੇ ਖਰਬ ਜਾਣੀ ਟ੍ਰਿਲੀਅਨਸ ਈਅਰਸ ਹੋਏ? ਘੱਟ ਤੋਂ ਘੱਟ 3300 ਖਰਬ ਜਾਣੀ 3300 ਟ੍ਰਿਲੀਅਨ ਈਅਰਸ ਤੱਕ ਆਤਮਾ ਦੀ ਉਮਰ ਰਹੀ, ਜੋ ਕਿ ਸ਼ੁਰੂਆਤੀ ਆਤਮਾ ਦੀ ਸਿਰਜਣਾ ਸੀ। ਬ੍ਰਹਮਾ, ਵਿਸ਼ਨੂੰ, ਸ਼ੰਕਰ ਵੀ ਨਹੀਂ ਰਹਿੰਦੇ। ਫਿਰ ਉਹ ਅੰਤ ਹੋ ਗਿਆ ਨਾ ਆਤਮਾ ਦਾ। ਜਦੋਂ ਬ੍ਰਹਮੰਡ ਦੀ ਸਮਾਪਤੀ ਹੋਈ, ਆਤਮਾ ਦਾ ਅੰਤ ਬਹੁਤ ਜ਼ਰੂਰੀ ਹੈ ਨਾ। ਅਜਿਹਾ ਹੀ ਮਹਾਸ਼ਿਵ ਵੀ ਮਹਾਕਾਲ ਪ੍ਰਲਯ ਵਿੱਚ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਨੂੰ ਆਪਣੇ ਰੋਮ ਰੋਮ ਵਿੱਚ ਸਮਾ ਲੈਂਦੇ ਹਨ ਤੇ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਵਿੱਚ ਜਿੰਨੀਆਂ ਵੀ ਤਰ੍ਹਾਂ ਦੀ ਆਤਮਾਵਾਂ ਹਨ, ਸਾਰੀਆਂ ਉਸ ਦੇ ਅੰਦਰ ਸਮਾ ਜਾਂਦੀਆਂ ਹਨ। ਸਮਾ ਜਾਣਾ ਮਤਲਬ ਉਸ ਦੀ ਸਮਾਪਤੀ ਹੋ ਜਾਣਾ। ਅਨੰਤ, ਮੈਂ ਸਾਰੇ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਬਾਪੂ ਜੀ ਨੇ ਆਤਮਾ ਦੇ ਜਨਮ ਅਤੇ ਅੰਤ ਦੇ ਬਾਰੇ ਵਿੱਚ ਵੀਡੀਓਜ਼ ਵਿੱਚ ਦੱਸਿਆ ਹੈ। ਉਸ ਪਲੇਲਿਸਟ ਦਾ ਨਾਮ ਹੈ ਫॉर द ਬਿਗਨਰਸ, ਜਿਸ ਵਿੱਚ 16 ਵੀਡੀਓਜ਼ ਜਾਣੀ 16 ਵੀਡੀਓਜ਼ ਹਨ। ਹਰ ਇੱਕ ਵੀਡੀਓ 20-20 ਮਿੰਟ ਦਾ ਹੈ, ਜਾਣੀ 20-20 ਮਿੰਟਸ ਦਾ ਹੈ। ਜੋ ਗਹਿਰਾਈ ਨਾਲ ਸੁਣਨਾ ਸਮਝਣਾ ਚਾਹੁੰਦੇ ਹਨ ਕਿ ਅਸੀਂ ਕੌਣ ਹਾਂ, ਕਿੱਥੋਂ ਦੀ ਆਏ ਹਾਂ, ਕਿਉਂ ਆਏ ਹਾਂ, ਤੇ ਇਹ ਵੀਡੀਓ ਜੋ ਹੈ ਇਸ ਵਿੱਚ ਅਸੀਂ ਸਾਰਾ ਸੰਖੇਪ ਵਿੱਚ ਹੀ ਆਤਮਾ ਦੇ 10 ਭੇਦ ਦੱਸਣਾ ਚਾਹੁੰਦੇ ਹਾਂ। ਹਾਲਾਂਕਿ ਇਸ ਵਿਸ਼ਾ ਤੇ ਸਾਡਾ ਵੀਡੀਓ ਹੈ, ਪਰ ਫਿਰ ਵੀ ਅਸੀਂ ਛੋਟਾ ਵੀਡੀਓ ਬਣਾ ਰਹੇ ਹਾਂ ਤਾਂ ਕਿ ਨਵੇਂ ਵਿਜ਼ਟਰਸ ਜੋ ਹਨ ਉਹਨਾਂ ਨੂੰ ਸਾਡੇ ਚੈਨਲ ਤੋਂ ਮਦਦ ਹੋ ਸਕੇ। ਬਾਪੂ ਜੀ ਆਤਮਾ ਦੀ 84 ਲੱਖ ਜੋਨੀਆਂ ਯਾਨੀ 84 ਲੱਖ ਜੋਨੀਆਂ ਵਿੱਚ ਗਤ ਕਿਉਂ ਹੁੰਦੀ ਹੈ? ਬਾਪੂ ਜੀ, ਤੁਸੀਂ ਕਿੱਥੋਂ ਆਏ ਹੋ, ਤੁਸੀਂ ਕਿਉਂ ਆਏ ਹੋ? ਫਿਰ ਇਸ ਵੀਡੀਓ ਵਿੱਚ ਅਸੀਂ ਪੂਰੇ ਸੰਖੇਪ ਵਿੱਚ 10 ਰਾਜ ਦੱਸਣਾ ਚਾਹੁੰਦੇ ਹਾਂ। ਹਾਲਾਂਕਿ ਸਾਡੇ ਕੋਲ ਹਰ ਵਿਸ਼ੇ ਦੀ ਵੀਡੀਓ ਹੈ, ਫਿਰ ਵੀ ਅਸੀਂ ਇਸ ਵੀਡੀਓ ਨੂੰ ਸੰਖੇਪ ਵਿੱਚ ਬਣਾ ਰਹੇ ਹਾਂ ਤਾਂ ਜੋ ਸਾਡੇ ਚੈਨਲ ਤੇ ਨਵੇਂ ਦਰਸ਼ਕਾਂ ਦੀ ਮਦਦ ਕੀਤੀ ਜਾ ਸਕੇ। ਬਾਪੂ ਜੀ 84 ਲੱਖ ਜਨਮਾਂ ਯਾਨੀ 84 ਲੱਖ ਜਨਮਾਂ ਵਿੱਚ ਆਤਮਾ ਕਿਉਂ ਚੱਲਦੀ ਹੈ? ਬਾਪੂ ਜੀ ਵੇਖੋ, ਮੈਂ ਤੁਹਾਨੂੰ ਦੱਸਿਆ ਹੈ ਕਿ ਜੋ ਆਤਮਾ ਸ਼ੁਰੂ ਵਿੱਚ ਪੈਦਾ ਕੀਤੀ ਗਈ ਸੀ, ਜੋ 1550 ਖਰਬ ਸਾਲ ਜਾਣੀ 1555 ਟ੍ਰਿਲੀਅਨ ਈਅਰਸ ਪਹਿਲਾਂ ਬ੍ਰਹਮਾ ਨੇ ਬਣਾਈ ਸੀ, ਉਹ ਸਿਰਜਣਾ ਕਰਦਾ ਰਿਹਾ। ਇਸ ਲਈ ਉਸ ਦੀ ਆਤਮਾ ਵਿੱਚ ਸ਼ਕਤੀ ਘਟ ਗਈ। ਫਿਰ ਖਰਬਾਂ 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 ਆਤਮਾਵਾਂ ਬਣਦੀਆਂ ਗਈਆਂ। ਫਿਰ ਪਰਤ ਦਰ ਪਰਤ ਬਣਦੇ ਗਏ। ਉੱਪਰ ਦੀਆਂ 7 ਪਰਤਾਂ ਬਣੀਆਂ, ਜੋ ਕਿ ਭੂਲੋਕ, ਭੁਵਰ ਲੋਕ, ਸਵਰਗ ਲੋਕ, ਮਹਾਲੋਕ, ਜਨ ਲੋਕ, ਤਪ ਲੋਕ, ਬ੍ਰਹਮਾਪੁਰੀ, ਵਿਸ਼ਨੂਪੁਰੀ, ਸ਼ਿਵਪੁਰੀ ਅਤੇ ਫਿਰ ਪਰਮਧਾਮ ਹਨ। ਫਿਰ ਪਰਮਧਾਮ ਤੋਂ ਹੇਠਾਂ ਆਉਂਦੇ ਗਏ ਅਤੇ ਫਿਰ ਧਰਤੀ ਦੀ ਲੋੜ ਪਈ।
ਮਨੁੱਖ ਵੀ ਬਣ ਗਏ। ਮਨੁੱਖ ਤੋਂ ਫਿਰ ਬਾਰ-ਬਾਰ ਡਿੱਗਦੇ ਰਹੇ। ਮਨੁੱਖ ਵੀ ਪਾਪ ਕਰਮ ਕਰਦਾ ਰਿਹਾ, ਇਸ ਲਈ 7 ਪਤਾਲ ਬਣੇ। ਅਤਲ, ਵਿਤਲ, ਸੁਤਲ, ਰਸਾਤਲ, ਮਹਾਤਲ ਅਤੇ ਪਤਾਲ ਲੋਕ ਬਣੇ। ਅਤੇ ਫਿਰ ਆਤਮਾਵਾਂ ਹੋਰ ਡਿੱਗਦੀਆਂ ਰਹੀਆਂ। ਆਤਮਾਵਾਂ ਵਿੱਚ ਸ਼ਕਤੀ ਖਤਮ ਹੋ ਗਈ। ਅਜਿਹਾ ਅਰਬਾਂ ਜਾਣੀ ਬਿਲੀਅਨ ਈਅਰਸ ਬਾਅਦ ਹੁੰਦਾ ਹੈ ਤੇ ਆਤਮਾ ਦੀ ਸ਼ਕਤੀ ਘਟ ਗਈ। ਸ਼ਿਵ ਵਿੱਚ ਵੀ ਸ਼ਕਤੀ ਖਤਮ ਹੋ ਗਈ। ਅਨੰਤ ਬਾਪੂ ਜੀ ਕਿ ਆਤਮਾ ਦਾ 84 ਲੱਖ ਜਨਮਾਂ ਵਿੱਚ ਜਾਣੀ 84 ਲੱਖ ਜਨਮਾਂ ਵਿੱਚ ਜਾਣਾ ਲਾਜ਼ਮੀ ਹੈ। ਬਾਪੂ ਜੀ ਆਤਮਾ ਆਪਣੇ ਆਪ ਚਲੇ ਜਾਂਦੀ ਹੈ ਨਾ। ਜੋ ਆਤਮਾ ਜਿਸ ਤਰ੍ਹਾਂ ਦੇ ਕਰਮ ਕਰਦੀ ਹੈ, ਇਸ ਦੇ ਲਈ ਕਰਮਾਂ ਦੇ ਫਲਸਫੇ ਜਾਣੀ ਫਿਲਾਸਫੀ ਨੂੰ ਸਮਝਣਾ ਪਵੇਗਾ। ਕਰਮਾਂ ਦੇ ਸਿਧਾਂਤ ਨੂੰ ਸਮਝਣਾ ਪਵੇਗਾ ਤੇ ਜਦੋਂ ਆਤਮਾ ਵਿੱਚ ਸ਼ਕਤੀ ਨਹੀਂ ਬਚਦੀ, ਉਹ ਪਾਪ ਕਰਮ ਕਰਦੀ ਹੈ। ਫਿਰ ਇਹ ਹੇਠਾਂ ਡਿੱਗ ਕੇ ਪਤਾਲ ਲੋਕ ਜਾਣੀ ਨਰਕ ਵਿੱਚ ਜਾਂਦੀ ਹੈ। 55 ਕਰੋੜ ਜਾਣੀ 55 ਕਰੋੜ ਨਰਕ ਹਨ। ਜੋ ਆਤਮਾ ਹੇਠਾਂ ਜਾਂਦੀ ਹੈ, ਫਿਰ ਉਸ ਨੂੰ ਇੱਕ ਵਾਰ ਮਨੁੱਖ ਰੂਪ ਵਿੱਚ ਜਾਣ ਦਾ ਮੌਕਾ ਮਿਲਦਾ ਹੈ। ਅਨੰਤ ਬਾਪੂ ਜੀ ਹੁਣ ਮੌਤ ਲੋਕ ਤੋਂ ਅਮਰ ਲੋਕ ਤੱਕ ਰੂਹ ਦੀ ਯਾਤਰਾ ਬਾਰੇ ਗੱਲ ਕਰਦੇ ਹਾਂ। ਆਪ ਜੀ ਦੱਸੋ ਕਿ ਆਤਮਾ ਮੌਤ ਲੋਕ ਜਾਣੀ ਧਰਤੀ ਤੋਂ ਕਿਸ ਤਰ੍ਹਾਂ ਆਉਂਦੀ ਹੈ ਅਤੇ ਅਮਰਤਾ ਦੀ ਧਰਤੀ ਜਾਣੀ ਅਮਰ ਲੋਕ ਤੇ ਕਿਵੇਂ ਜਾਂਦੀ ਹੈ। ਬਾਪੂ ਜੀ ਜਦੋਂ ਆਤਮਾ ਚੰਗੇ ਕਰਮ ਕਰਦੀ ਹੈ ਤੇ ਉਸ ਨੂੰ ਆਤਮਾ ਦੇ ਸਰੂਪ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਰਵ ਸ਼ਕਤੀਮਾਨ ਜਾਣੀ ਆਲਮਾਈਟੀ ਅਥਾਰਟੀ ਨੂੰ ਜਾਣਦੀ ਅਤੇ ਮੰਨਦੀ ਹੈ। ਆਤਮਾ ਸਰੂਪ ਬਣ ਕੇ ਪਰਮਾਤਮਾ ਤੋਂ ਗਿਆਨ ਲੈਂਦੀ ਹੈ ਅਤੇ ਉਸ ਤੋਂ ਆਤਮਾ ਵਿੱਚ ਸ਼ਕਤੀ ਆਉਂਦੀ ਹੈ। ਆਤਮਾ ਨੂੰ ਇੰਨੀ ਸ਼ਕਤੀ ਪ੍ਰਾਪਤ ਹੁੰਦੀ ਹੈ ਕਿ ਉਹ ਹੌਲੀ-ਹੌਲੀ ਕਰਮਾਤੀਤ ਜਾਣੀ ਕਰਮਾਂ ਤੋਂ ਰਹਿਤ ਦੀ ਅਵਸਥਾ ਵੱਲ ਜਾਂਦੀ ਹੈ ਅਤੇ ਸਥੂਲ ਅਤੇ ਸੂਖਮ ਸਰੀਰ ਨੂੰ ਇੱਕ ਲੋਕ ਤੋਂ ਦੂਜੇ ਲੋਕ ਵਿੱਚ ਲੈ ਜਾਂਦੀ ਹੈ। ਤੀਸਰੇ ਲੋਕ ਸਵਰਗ, ਮਹਰ ਲੋਕ, ਜਨ ਲੋਕ, ਤਪ ਲੋਕ ਤੱਕ ਜਾਂਦੀ ਹੈ। ਹੌਲੀ-ਹੌਲੀ ਬ੍ਰਹਮਾਪੁਰੀ, ਵਿਸ਼ਨੂਪੁਰੀ, ਸ਼ਿਵਪੁਰੀ ਤੋਂ ਹੁੰਦੇ ਹੋਏ ਪਰਮ ਧਾਮ ਜਾਂਦੀ ਹੈ। ਇਹ ਸਭ ਮੈਂ ਮਹਾਕਾਲ ਦੀ ਇੱਕ ਵੀਡੀਓ ਵਿੱਚ ਦੱਸਿਆ ਹੈ। ਤਸਵੀਰਾਂ ਨਾਲ ਸਭ ਕੁਝ ਸਮਝਾਇਆ ਗਿਆ ਹੈ। ਅਨੰਤ ਬਾਪੂ ਜੀ ਦੀ ਇੱਕ ਕਿਤਾਬ ਹੈ ਅਨੰਤ ਕੋਟि ਬ੍ਰਹਮਾਂਡੋਂ ਕਾ ਮਹਾਕਾਲ ਪ੍ਰਲय। ਇਸ ਦਾ ਭਾਗ 1 ਅਤੇ ਭਾਗ 2 ਦੋਵੇਂ ਵੀਡੀਓਜ਼ ਹਨ ਅਤੇ ਅਸੀਂ ਇਹ ਕਿਤਾਬ ਮੁਫਤ ਰੱਖੀ ਹੈ। ਆਪ ਜੀ ਇਸ ਨੂੰ ਸਾਡੀ ਵੈਬਸਾਈਟ ਤੋਂ PDF ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਬਾਪੂ ਜੀ ਦਾ ਇੱਕ ਐਪ ਹੈ ਜਿਸ ਤੋਂ ਆਪ ਜੀ PDF ਵੀ ਮੁਫਤ ਵਿੱਚ ਡਾਊਨਲੋਡ ਕਰ ਸਕਦੇ ਹੋ। ਬਾਪੂ ਜੀ ਨੇ ਹਰ ਬ੍ਰਹਮੰਡ, ਮਹਾਬ੍ਰਹਮੰਡ, ਪਰਮ ਮਹਾਬ੍ਰਹਮੰਡ ਦੇ ਬਣਾਏ ਗ੍ਰਾਫ ਅਨੁਸਾਰ ਹਰ ਵੀਡੀਓ ਵਿੱਚ ਇਹਨਾਂ ਗੱਲਾਂ ਦੀ ਵਿਆਖਿਆ ਕੀਤੀ ਹੈ। ਆਪ ਸਮਝ ਜਾਓਗੇ। ਬਾਪੂ ਜੀ ਆਪ ਜੀ ਨੇ ਜਵਾਬ ਦੇ ਦਿੱਤਾ ਹੈ ਕਿ ਆਤਮਾ ਮਰਦੀ ਹੈ, ਪਰ ਮੈਂ ਇੱਥੇ ਇਹ ਪੁੱਛਣਾ ਚਾਹੁੰਦਾ ਹਾਂ ਕਿ ਹਰ ਆਤਮਾ ਮਰਦੀ ਹੈ। ਬਾਪੂ ਜੀ ਵੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਜੋ ਉੱਚ ਕੋਟि ਦੀ ਆਤਮਾ ਹੈ ਅਤੇ ਇਸ ਬ੍ਰਹਮੰਡ ਦੀ ਸਿਰਜਣਾ ਕੀਤੀ ਹੋਈ ਜੋ ਆਤਮਾ ਹੈ, ਬ੍ਰਹਮੰਡ ਦੀ ਜਦੋਂ ਸਮਾਪਤੀ ਹੁੰਦੀ ਹੈ ਉਦੋਂ ਸ਼ਿਵ ਸਰੂਪ ਸੂਰਜ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਕਾਲ ਅਗਨ ਪੈਦਾ ਕਰਕੇ ਸਾਰੇ ਬ੍ਰਹਮੰਡ ਦੀ ਸਮਾਪਤੀ ਕਰਦਾ ਹੈ। ਉਦੋਂ ਉਹਨਾਂ ਆਤਮਾਵਾਂ ਦੀ ਵੀ ਸਮਾਪਤੀ ਹੁੰਦੀ ਹੈ। ਇਸੇ ਤਰ੍ਹਾਂ ਸ਼ਿਵ ਵੀ ਜੋ ਮਹਾਸ਼ਿਵ ਦੀ ਸਿਰਜਣਾ ਹੈ, ਬ੍ਰਹਮਾ ਦੇ 100 ਸਾਲ ਜਾਨੀ 100 years ਮਹਾਸ਼ਿਵ ਦੀ ਇੱਕ ਘੜੀ ਦੇ ਬਰਾਬਰ ਹੁੰਦੇ ਹਨ। ਉਦੋਂ ਸ਼ਿਵ ਵੀ ਇੱਕ ਪਲ ਵਿੱਚ ਖਤਮ ਹੋ ਜਾਂਦੇ ਹਨ। ਸ਼ਾਸਤਰਾਂ ਵਿੱਚ ਵੀ ਲਿਖਿਆ ਹੈ ਨਾ ਕਿ ਮਹਾਸ਼ਿਵ ਦੇ ਹਰ ਪਲ ਵਿੱਚ ਬੇਅੰਤ ਬ੍ਰਹਮੰਡਾਂ ਦੀ ਸਿਰਜਣਾ ਅਤੇ ਸਮਾਪਤੀ ਹੁੰਦੀ ਹੈ। ਉਦੋਂ ਸ਼ਿਵ ਦੀ ਉਮਰ ਵੀ ਖਤਮ ਹੋ ਜਾਂਦੀ ਹੈ। ਹੁਣ ਮਹਾਸ਼ਿਵ ਦੀ ਵੀ ਉਮਰ ਖਤਮ ਹੋ ਜਾਂਦੀ ਹੈ। ਮਹਾਸ਼ਿਵ ਦਾ ਮਤਲਬ ਗੈਲੈਕਸੀ ਦਾ ਮਾਲਕ। ਅਜਿਹੀਆਂ
ਖਰਬਾਂ ਜਾਣੀ ਟ੍ਰਿਲੀਅਨਸ ਗੈਲੈਕਸੀਆਂ ਜਾਣੀ ਆਕਾਸ਼ ਗੰਗਾਵਾਂ ਹਨ ਤੇ ਪਰਮ ਮਹਾਸ਼ਿਵ ਜੋ ਯੂਨੀਵਰਸ ਦਾ ਮਾਲਕ ਹੈ ਉਹ ਵੀ ਗੈਲੈਕਸੀ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਜਾਣੀ ਸਮਾਪਤੀ ਕਰ ਦਿੰਦਾ ਹੈ। ਇਸੇ ਤਰ੍ਹਾਂ ਗ੍ਰੇਟ ਯੂਨੀਵਰਸ ਦਾ ਮਾਲਿਕ ਗ੍ਰੇਟ ਯੂਨੀਵਰਸ ਦਾ ਮਾਲਕ 100 ਕਲਾਵਾਂ ਦਾ ਜਾਣੀ 100 ਕਲਾਵਾਂ ਦਾ ਮਾਲਿਕ ਹੈ ਤੇ ਉਹ 100 ਕਲਾਵਾਂ ਦਾ ਮਾਲਕ ਵੀ ਮਲਟੀਵਰਸ ਨੂੰ ਵੀ ਆਪਣੇ ਵਿੱਚ ਸਮਾ ਲੈਂਦਾ ਹੈ ਜਾਣੀ ਸਮਾਪਤੀ ਕਰ ਦਿੰਦਾ ਹੈ। ਮਲਟੀਵਰਸ ਦਾ ਮਾਲਕ ਸਿਰਫ 100 ਕਲਾ ਤੋਂ ਉੱਪਰ ਜੋ ਬ੍ਰਹਮੰਡ ਹਨ 200 ਕਲਾਵਾਂ ਯਾਨੀ 200 ਕਲਾਵਾਂ ਵਾਲੇ ਬ੍ਰਹਮੰਡ 500 ਕਲਾਵਾਂ ਵਾਲੇ ਜਾਣੀ 500 ਕਲਾਵਾਂ ਵਾਲੇ 1000 ਕਲਾਵਾਂ ਵਾਲੇ ਜਾਣੀ 1000 ਕਲਾਵਾਂ ਵਾਲੇ ਉੱਪਰ ਦੇ ਜੋ ਬ੍ਰਹਮੰਡ ਹਨ ਉਸ ਵਿੱਚ ਕੋਈ ਸਿਰਜਣਾ ਅਤੇ ਸਮਾਪਤੀ ਨਹੀਂ ਹੁੰਦੀ ਹੈ। ਉਹ ਰੂਹਾਂ ਅਜ਼ਰ ਅਮਰ ਅਵਿਨਾਸ਼ੀ ਹਨ। ਸਾਡਾ 100 ਕਲਾ ਦਾ ਬ੍ਰਹਮੰਡ ਤੇ ਸਿਰਜਣਾ ਅਤੇ ਸਮਾਪਤੀ ਵਿੱਚ ਆਉਂਦਾ ਰਹਿੰਦਾ ਹੈ ਜਿਸ ਨੂੰ ਮਲਟੀਵਰਸ ਕਹਿੰਦੇ ਹਨ। ਸਾਡੇ ਯੂਨੀਵਰਸ ਨੂੰ 16 ਕਲਾ ਸੰਪੂਰਨ ਨਿਰਵਿਕਾਰੀ ਡਬਲ ਅਹਿੰਸਕ ਕਿਹਾ ਜਾਂਦਾ ਹੈ। ਇਹ ਸਾਡੇ ਯੂਨੀਵਰਸ ਦੀ ਗੱਲ ਹੈ। ਅਨੰਤ ਬਾਪੂ ਜੀ ਇਹ ਗੱਲ ਤੁਸੀਂ ਪਹਿਲੀ ਵਾਰ ਵੀਡੀਓ ਵਿੱਚ ਦੱਸੀ ਹੈ। ਆਓ ਇਸ ਨਾਲ ਜੁੜਿਆ ਇੱਕ ਸਵਾਲ ਪੁੱਛੀਏ ਕਿ ਆਤਮਾ ਦਾ ਸਿਰਜਣਹਾਰ ਕੌਣ ਹੈ। ਬਾਪੂ ਜੀ ਜਿਸ ਤਰ੍ਹਾਂ ਬ੍ਰਹਮੰਡ ਦੀ ਸਿਰਜਣਾ ਬ੍ਰਹਮਾ ਦੇ ਰਾਹੀਂ ਹੋਈ ਹੈ ਨਾ ਉਸੇ ਤਰ੍ਹਾਂ ਸ਼ਿਵ ਬ੍ਰਹਮਾ ਦੇ ਰਾਹੀਂ ਸਿਰਜਣਾ ਵਿਸ਼ਨੂੰ ਦੇ ਰਾਹੀਂ ਸੰਭਾਲ ਜਾਂ ਪਾਲਣਾ ਸ਼ੰਕਰ ਦੇ ਰਾਹੀਂ ਸਮਾਪਤੀ ਕਰਵਾਉਂਦਾ ਹੈ। ਇਸੇ ਤਰ੍ਹਾਂ ਮਹਾਸ਼ਿਵ ਵੀ ਇੱਕ ਸੰਕਲਪ ਵਿੱਚ ਬੇਅੰਤ ਸ਼ਿਵਾ ਜਾਣੀ ਇੱਕ ਬ੍ਰਹਮੰਡ ਦੇ ਮਾਲਕਾਂ ਦੀ ਸਿਰਜਣਾ ਕਰਦਾ ਹੈ। ਮਹਾਸ਼ਿਵ ਨਿਰਾਕਾਰ ਜੋ ਕਿ ਗੈਲੈਕਸੀ ਦੇ ਕੇਂਦਰ ਬਿੰਦੂ ਵਿੱਚ ਰਹਿੰਦਾ ਹੈ ਜੋ ਮਹਾਪਰਮ ਧਾਮ ਹੈ। ਨਿਰਾਕਾਰ ਸ਼ਿਵ ਪਰਮ ਧਾਮ ਵਿੱਚ ਰਹਿੰਦਾ ਹੈ। ਮਹਾਸ਼ਿਵ ਨਿਰਾਕਾਰੀ ਆਕਾਰੀ ਅਤੇ ਸਾਕਾਰੀ ਦੋਨੋਂ ਹੁੰਦਾ ਹੈ ਤੇ ਮਹਾਸ਼ਿਵ ਨੇ ਜਾਣੀ ਗੈਲੈਕਸੀ ਦੇ ਮਾਲਕ ਨੇ ਜੋ ਸਿਰਜਣਾ ਕੀਤੀ ਉਸ ਦਾ ਸਮਾਂ ਲੰਬਾ ਹੈ। ਪਰਮ ਮਹਾਸ਼ਿਵ ਜਾਣੀ ਯੂਨੀਵਰਸ ਦਾ ਮਾਲਿਕ ਨੇ ਜੋ ਮਹਾਸ਼ਿਵਾਂ ਦੀ ਸਿਰਜਣਾ ਕੀਤੀ ਉਹਨਾਂ ਦਾ ਸਮਾਂ ਸ਼ਿਵਾਂ ਦੇ ਸਮੇਂ ਤੋਂ ਜ਼ਿਆਦਾ ਲੰਬਾ ਹੈ। ਇਹਨਾਂ ਤੋਂ ਅੱਗੇ ਦੇ ਬ੍ਰਹਮੰਡਾਂ ਵਿੱਚ ਵੱਖ-ਵੱਖ ਸਿਰਜਣਾ ਸਮਾਪਤੀ ਹੈ ਤੇ ਇਹ ਇੱਕ ਬਹੁਤ ਲੰਬੀ ਪ੍ਰਕਿਰਿਆ ਹੈ ਪਰ ਬਹੁਤ ਸਾਰੇ ਵੀਡੀਓਜ਼ ਹਨ ਇਹਨਾਂ ਦੇ ਬਾਰੇ ਵਿੱਚ। ਆਪ ਜੀ ਉਹਨਾਂ ਨੂੰ ਵੇਖੋ। ਅਨੰਤ ਬਾਪੂ ਜੀ ਆਤਮਾ ਕਿਹਨਾਂ ਤੱਤਾਂ ਦੀ ਬਣੀ ਹੈ। ਬਾਪੂ ਜੀ ਵੱਖ-ਵੱਖ ਸ਼੍ਰੇਣੀਆਂ ਦੀਆਂ ਰੂਹਾਂ ਵੱਖ-ਵੱਖ ਸ਼੍ਰੇਣੀਆਂ ਤੋਂ ਬਣੀਆਂ ਹਨ। ਵੇਖੋ ਮੁੱਖ ਤੌਰ ਤੇ ਅਸੀਂ ਜ਼ਿਆਦਾਤਰ ਉਹੀ ਆਤਮਾਵਾਂ ਦੇ ਬਾਰੇ ਵਿੱਚ ਦੱਸਿਆ ਹੈ ਜੋ ਉੱਚ ਗੁਣਵੱਤਾ ਵਾਲੀਆਂ ਹਨ ਜੋ ਬੇਹੱਦੀ ਆਤਮਾਵਾਂ ਹਨ। ਉਹ ਪਰਮ ਪ੍ਰਕਾਸ਼ ਉੱਚੇ ਗੁਣਾਂ ਵਾਲੀਆਂ ਆਤਮਾਵਾਂ ਹਨ। ਉੱਚੇ ਗੁਣਾਂ ਦਾ ਅਰਥ ਹੈ ਬੇਹੱਦੀ ਕਲਾ ਦੀ ਪਰਮ ਪ੍ਰਕਾਸ਼ ਤੋਂ ਬਣੀ ਹੋਈ ਬੇਹੱਦੀ ਆਤਮਾ ਹੈ। ਜਿਵੇਂ ਸ਼ਿਵ ਤੋਂ ਵੀ ਬ੍ਰਹਮਾ ਦੇ ਰਾਹੀਂ ਸਿਰਜਣਾ ਹੋਈ ਉਸੇ ਤਰ੍ਹਾਂ ਮਾਮੂਲੀ ਜਿਹੇ ਪਰਮ ਪ੍ਰਕਾਸ਼ ਤੋਂ ਬਣੀ ਹੋਈ ਆਤਮਾ ਸੀ ਜਿਸ ਨੂੰ ਪਰਮ ਪੁਰਖ ਕਹਿੰਦੇ ਹਨ। ਫਿਰ ਪਰਮ ਪੁਰਖ ਆਕਾਸ਼ ਤੋਂ ਬਣੀ ਹੋਈ ਆਤਮਾ ਹੈ। ਫਿਰ ਅੰਤ ਵਿੱਚ ਸਿਰਫ ਆਕਾਸ਼ ਤੋਂ ਬਣੀ ਹੋਈ ਆਤਮਾ ਹੀ ਹੈ। ਇਸ ਤੋਂ ਹੇਠਾਂ ਦੀ ਸ਼੍ਰੇਣੀ ਵਿੱਚ ਤੇ ਜਾਨਵਰ ਪਸ਼ੂ ਪੰਛੀਆਂ ਦੀ ਯੋਨੀ ਵਿੱਚ ਜਾਂਦੇ ਹਨ ਤੇ ਉਸ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਅਨੰਤ ਤੇ ਕੀ ਮਨੁੱਖ ਆਤਮਾ ਦੇ ਸਰੂਪ ਨੂੰ ਮਹਿਸੂਸ ਕਰ ਸਕਦੀ ਹੈ। ਬਾਪੂ ਜੀ ਹਰ ਮਨੁੱਖ ਨਹੀਂ ਕਰ ਸਕਦਾ ਹੈ। ਜੋ ਉੱਚ ਅਤੇ ਉੱਤਮ ਸ਼੍ਰੇਣੀ ਦੀ ਆਤਮਾ ਹੈ ਜਦੋਂ ਉਸ ਨੂੰ ਆਤਮ ਸਰੂਪ ਦਾ ਗਿਆਨ ਹੁੰਦਾ ਹੈ ਕਿ ਮੈਂ ਆਤਮਾ ਅਤੇ ਆਪਣੇ ਆਪ ਨੂੰ ਜਾਣਨਾ ਚਾਹੁੰਦੀ ਹਾਂ ਜੀਵਨ ਕਰਮ ਯੋਗ ਵਿੱਚ ਲਗਾਉਂਦਾ ਹੈ। ਮੈਨੂੰ ਆਪਣੇ ਆਪ ਨੂੰ ਜਾਣਨਾ ਹੈ। ਮੈਂ ਆਤਮਾ ਹਾਂ ਸਰੀਰ ਨਹੀਂ। ਸਰੀਰ ਤੇ ਕਰਮ ਕਰਨ ਦਾ ਸਾਧਨ ਹੈ ਅਤੇ ਆਤਮਾ ਆਪਣੇ ਆਪ ਨੂੰ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਕਰਨਾ ਚਾਹੁੰਦੀ ਹੈ। ਉੱਪਰ ਦੇ ਲੋਕਾਂ ਵਿੱਚ ਜਾਣਾ ਚਾਹੁੰਦੀ ਹੈ ਤੇ ਆਤਮਾ ਆਪਣੇ ਆਪ ਵਿੱਚ ਸਥਿਰ ਹੋ ਕੇ ਸਰਵ ਸ਼ਕਤੀਮਾਨ ਤੋਂ ਸ਼ਕਤੀ ਲਵੇਗੀ ਅਤੇ ਪਹਿਲਾਂ ਆਪਣੇ ਆਪ ਨੂੰ ਅਤੇ ਸਰਵ ਸ਼ਕਤੀਮਾਨ ਪਰਮਾਤਮਾ ਦੋਨਾਂ ਨੂੰ ਜਾਣੇਗੀ। ਅਨੰਤ ਬਾਪੂ ਜੀ ਮੈਂ ਇਸ ਗੱਲ ਤੇ ਆਉਣਾ ਚਾਹੁੰਦਾ ਹਾਂ ਕਿ ਆਤਮਾ ਪਰਮਾਤਮਾ ਬਣ ਸਕਦੀ ਹੈ। ਬਾਪੂ ਜੀ
ਆਤਮਾ ਸਿਰਫ ਪਰਮਾਤਮਾ ਹੀ ਨਹੀਂ, ਪਰ ਹੁਣ ਮਨੁੱਖੀ ਅਵਤਾਰ ਵਿੱਚ ਜਿਸ ਤਰ੍ਹਾਂ ਕਿ ਮੈਂ ਦੱਸਿਆ ਹੈ ਨਾ, ਉੱਤਮ ਅਤੇ ਉੱਚ ਗੁਣਾਂ ਵਾਲੀਆਂ ਰੂਹਾਂ ਜੋ ਬੇਹੱਦ ਦੀਆਂ ਆਤਮਾਵਾਂ ਹਨ, ਉਹ ਆਪਣੇ ਆਪ ਦੇ ਸਰੂਪ ਵਿੱਚ ਜਾਣੀ ਆਤਮ ਸਰੂਪ ਵਿੱਚ ਸਥਿਰ ਹੋ ਕੇ ਆਪਣੇ ਆਪ ਨੂੰ ਸ਼ਕਤੀ ਜਾਣੀ ਪਾਵਰ ਨਾਲ ਭਰਨਗੀਆਂ ਤੇ ਉਹਨਾਂ ਦੀ ਆਤਮਾ ਦੇ ਅੰਦਰ ਸਾਰੀਆਂ ਰਿਕਾਰਡਿੰਗਾਂ ਪਈਆਂ ਹਨ। ਉਸ ਰਿਕਾਰਡਿੰਗਾਂ ਤੋਂ ਫਿਰ ਉਹ ਰੂਹਾਂ ਆਪਣੇ ਆਪ ਨੂੰ ਜਾਣਨਗੀਆਂ ਕਿ ਮੈਂ ਬੇਹੱਦ ਦੀ ਪਰਮ 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 ਮਹਾ ਆਤਮਾ ਹਾਂ। ਪਰਮ ਆਤਮਾ ਨਹੀਂ, ਪਰਮ ਆਤਮਾ ਤੇ ਸ਼ਿਵ ਵਰਗੀ ਹੁੰਦੀ ਹੈ ਨਾ, ਜਾਣੀ ਸ਼ਿਵ ਜੀਵ ਤੋਂ ਸ਼ਿਵ ਬਣ ਜਾਂਦੀ ਹੈ ਅਤੇ ਪਰਮ ਧਾਮ ਵਿੱਚ ਚਲੀ ਜਾਂਦੀ ਹੈ। ਉਦੋਂ ਇਹ ਪਰਮ ਆਤਮਾ ਬਣ ਜਾਂਦੀ ਹੈ। ਮਹਾਸ਼ਿਵ ਪਰਮ ਆਤਮਾ ਹੈ। ਪਰਮ ਮਹਾਸ਼ਿਵ ਪਰਮ ਪਰਮ ਆਤਮਾ। ਪਰਮ ਜੇਕਰ ਤੁਸੀਂ ਇਸ ਤਰ੍ਹਾਂ ਅੱਗੇ ਜਾਂਦੇ ਜਾਓ ਤੇ ਤੁਹਾਨੂੰ ਬੇਹੱਦ ਦੀ ਮਹਾ ਆਤਮਾ ਪਰਮ ਆਤਮਾ ਕਵਾਂਗੇ। ਉਹ ਆਪਣੇ ਆਪ ਨੂੰ ਜਾਣ ਸਕਦੀ ਹੈ। ਹਰ ਕੋਈ ਜੋ ਆਤਮ ਸਰੂਪ ਜਾਣੀ ਆਪਣੀ ਆਤਮਾ ਦੇ ਭਾਵ ਵਿੱਚ ਸਥਿਰ ਹੋਵੇ, ਆਪਣੇ ਆਪ ਨੂੰ ਜਾਣ ਸਕਦਾ ਹੈ ਕਿ ਮੈਂ ਕਿੱਥੋਂ ਆਇਆ ਹਾਂ, ਮੈਂ ਕਿੱਥੇ ਦਾ ਰਹਿਣ ਵਾਲਾ ਹਾਂ, ਗੈਲੈਕਸੀ ਤੋਂ, ਯੂਨੀਵਰਸ ਤੋਂ ਜਾਂ ਮਲਟੀਵਰਸ ਤੋਂ ਆਇਆ ਹਾਂ। ਆਨੰਦ ਬਾਪੂ ਜੀ ਕੀ ਆਤਮਾ ਜੀਵਨ, ਮੌਤ, ਕਰਮਾਂ ਦੇ ਚੱਕਰ ਅਤੇ ਤੱਤਾਂ ਦੇ ਸੰਸਾਰ ਤੋਂ ਪਰੇ ਜਾ ਸਕਦੀ ਹੈ? ਬਾਪੂ ਜੀ, ਜੇਕਰ ਆਤਮਾ ਨਿਰਣਾ ਕਰ ਲਵੇ ਤੇ ਉਹ ਕੀ ਨਹੀਂ ਕਰ ਸਕਦੀ? ਜੀਵਨ ਮੌਤ ਦੇ ਚੱਕਰ ਤੋਂ ਪਰੇ ਜਾ ਸਕਦੀ ਹੈ, ਪਰ ਉਸ ਨੂੰ ਅੰਦਰੋਂ ਇਹ ਮਹਿਸੂਸ ਹੁੰਦਾ ਹੈ ਕਿ ਇਹ ਸਭ ਮਾਇਆ ਹੈ, ਬਹੁਤ ਵੱਡਾ ਭਰਮ ਹੈ। ਭਗਤੀ ਮਾਰਗ ਦੇ ਲੋਕ ਆਖਦੇ ਹਨ ਨਾ, ਝੂਠੀ ਮਾਇਆ, ਝੂਠੀ ਕਾਇਆ, ਝੂਠਾ ਜਗ ਸੰਸਾਰ। ਇਹ ਸੰਸਾਰ ਸਿਰਫ ਭਰਮ ਹੀ ਨਹੀਂ ਹੈ, ਬਹੁਤ ਵੱਡਾ ਭਰਮ ਹੈ। ਆਤਮਾ ਇੰਨੀ ਭਰਮ ਭੁਲੇਖੇ ਨਾਲ ਭਰੀ ਹੋਈ ਹੈ ਕਿ ਉਸ ਕੋਲ ਗਿਆਨ ਦੇ ਮਾਰਗ ਤੇ ਚੱਲਣ ਦਾ ਸਮਾਂ ਨਹੀਂ ਹੈ। ਉਸ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਨਾ ਚਾਹੀਦਾ ਕਿ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਕੀ ਹਨ। ਇਹਨਾਂ ਸ਼ਬਦਾਂ ਨੂੰ ਸਮਝਣਾ ਚਾਹੀਦਾ ਹੈ। ਇਹ ਸਾਰੀਆਂ ਰੂਹਾਂ ਅਜੇ ਵੀ ਭਗਤੀ ਦੇ ਮਾਰਗ ਵਿੱਚ ਫਸੀਆਂ ਹੋਈਆਂ ਹਨ। ਭਗਤੀ ਦਾ ਫਲ ਗਿਆਨ ਮਿਲਦਾ ਹੈ ਤੇ ਗਿਆਨ ਸਰੂਪ ਬਣੋ। ਆਤਮ ਸਰੂਪ ਜਾਣੀ ਆਪਣੇ ਸਰੂਪ ਦੀ ਪਛਾਣ ਕਰੇ। ਸਰਬ ਸ਼ਕਤੀਮਾਨ ਭਾਵ ਆਲਮਾਈਟੀ ਦਾ ਗਿਆਨ ਲਵੇ। ਬੇਹੱਦ ਦੀ ਦੁਨੀਆ ਬਹੁਤ ਵੱਡੀ ਹੈ। ਬੇਹੱਦ ਦੀ ਦੁਨੀਆ ਕਿੰਨੀ ਵੱਡੀ ਹੈ? ਵਿਗਿਆਨ ਅਤੇ ਸ਼ਾਸਤਰਾਂ ਦਾ ਮਿਲਾ ਕੇ ਵੇਖੋ। ਵਿਗਿਆਨ ਜੋ ਕਹਿ ਰਿਹਾ ਹੈ ਕਿ ਬ੍ਰਹਿਮੰਡ, ਮਲਟੀਵਰਸ, ਗੈਲੈਕਸੀ ਕਿੰਨੀ ਵੱਡੀ ਹੈ, ਸਭ ਨੂੰ ਇਕੱਠਿਆਂ ਮਿਲਾ ਕੇ ਵੇਖੋ। ਬੁੱਧੀਮਾਨ ਬਣੋ, ਖੂਹ ਦੇ ਡੱਡੂ ਨਾ ਬਣੋ, ਗਿਆਨ ਦੇ ਸਮੁੰਦਰ ਵਿੱਚ ਮੱਛੀ ਬਣੋ। ਅਨੰਤ ਬਾਪੂ ਜੀ, ਆਤਮਾ ਦਾ ਧਰਤੀ ਲੋਕ, ਮਨੁੱਖੀ ਸੰਸਾਰ ਜਾਣੀ ਮਨੁੱਖ ਲੋਕ ਜਾਂ ਮਾਤ ਲੋਕ ਵਿੱਚ ਵਸਣ ਦਾ ਕੀ ਕਾਰਨ ਹੈ? ਬਾਪੂ ਜੀ, ਆਪਣੇ ਕਰਮਾਂ ਕਰਕੇ। ਉੱਚੇ ਗੁਣਾਂ ਵਾਲੀ ਆਤਮਾ ਵੀ ਕਿਉਂ ਜਨਮ ਮਰਨ ਦੇ ਚੱਕਰਾਂ ਵਿੱਚ ਫਸ ਜਾਂਦੀ ਹੈ? ਜਿਸ ਕੰਮ ਲਈ ਉਸ ਨੂੰ ਧਰਤੀ ਤੇ ਭੇਜਿਆ ਗਿਆ ਸੀ, ਉਹ ਕੰਮ ਉਸਨੇ ਨਹੀਂ ਕੀਤੇ ਅਤੇ ਹੋਰ ਵੀ ਜਨਮ ਮਰਨ ਦੇ ਚੱਕਰ ਵਿੱਚ ਮੋਹ ਮਾਇਆ ਵਿੱਚ ਫਸ ਗਈ। ਆਤਮਾ ਸਰੀਰ, ਚੇਤਨਾ ਜਾਣੀ ਸਰੀਰ ਦੇ ਮੋਹ ਵਿੱਚ ਵੀ ਆਈ। ਅਨੰਤ ਬਾਪੂ ਜੀ, ਧਰਤੀ ਤੇ ਪਹਿਲਾ ਮਨੁੱਖ ਕਿਸ ਤਰ੍ਹਾਂ ਬਣਿਆ? ਆਪ ਜੀ ਦੀ ਇੱਕ ਵੀਡੀਓ ਹੈ ਜਿਸ ਵਿੱਚ ਆਪ ਜੀ ਨੇ ਇਹ ਦੱਸਿਆ ਸੀ ਕਿ 198 ਕਰੋੜ ਸਾਲ ਜਾਂ 198 ਕਰੋੜ ਈਅਰਸ ਤੋਂ ਰੂਹਾਂ ਧਰਤੀ ਲੋਕ ਤੇ ਹਨ। ਬਾਪੂ ਜੀ, ਨਹੀਂ, ਇੱਕ ਗਲਤੀ ਤੇ ਇਹ ਹੀ ਹੈ ਕਿ ਇਹ ਦੂਜੇ ਅਪਰਾਧ ਦਾ 198 ਕਰੋੜਵਾਂ ਸਾਲ ਜਾਂ 198 ਕਰੋੜ ਈਅਰਸ ਹਨ। ਪਰ ਪਹਿਲੇ ਅਪਰਾਧ ਵਿੱਚ ਮੈਂ ਦੱਸਿਆ ਹੈ ਕਿ ਇਹ ਬ੍ਰਹਮਾ ਦੇ 10 ਸਾਲ ਪਹਿਲਾਂ ਸ਼ੁਰੂ ਹੋਇਆ। ਇਸ ਤੋਂ ਬਾਅਦ ਮਨੁੱਖ ਬਣਿਆ। ਮਨੁੱਖ ਨੂੰ ਟਿਕਾਣ ਦੇ ਲਈ ਬ੍ਰਹਮਾ ਨੇ ਧਰਤੀ ਦੀ ਸਿਰਜਣਾ ਕੀਤੀ। ਬ੍ਰਹਮਾ ਦੇ 40 ਸਾਲ ਜਾਣੀ 40 ਈਅਰਸ ਬਾਅਦ ਬ੍ਰਹਮਾ ਨੇ ਮਨੁੱਖ ਦੀ ਸਿਰਜਣਾ ਕੀਤੀ। ਦੇਵਤੇ ਹੀ ਡਿੱਗ ਕੇ ਭਾਵ ਸ਼ਕਤੀ ਘੱਟ ਹੋਣ ਕਰਕੇ ਡਿੱਗ ਕੇ ਮਨੁੱਖ ਬਣ ਗਏ। ਅਨੰਤ ਤੇ ਇਸ ਧਰਤੀ ਲੋਕ, ਮਨੁੱਖ ਲੋਕ, ਮਾਤ ਲੋਕ ਵਿੱਚ ਫਸਣ ਦਾ ਕੀ ਕਾਰਨ ਹੈ? ਬਾਪੂ ਜੀ, ਜਦੋਂ ਆਤਮਾ ਦੀ ਸਿਰਜਣਾ ਹੋਈ
ਉਦੋਂ ਇਸ ਬ੍ਰਹਮੰਡ ਦੀ ਆਤਮਾ ਵੀ ਪਰਮ ਪੁਰਖ ਸੀ। ਪਰਮ ਪੁਰਖ ਅਤੇ ਪਰਮ ਪ੍ਰਕਿਰਤੀ ਸੀ, ਪਰ ਪਾਵਰ ਦਾ ਘਾਟਾ ਹੋਣ ਕਰਕੇ ਉਹ ਹੇਠਾਂ ਆਉਂਦੇ ਗਏ। ਅੰਦਾਜ਼ਨ 1550 ਖਰਬ ਸਾਲ ਜਾਨੀ 1550 ਟ੍ਰਿਲੀਅਨ ਈਅਰਸ ਹੋ ਗਏ। ਸ਼ਕਤੀ ਵਿੱਚ ਘਾਟਾ ਹੁੰਦਾ ਗਿਆ। ਸਿਰਜਣਾ ਕਰਦੇ ਗਏ ਸ਼ਕਤੀ ਵਿੱਚ ਘਾਟਾ ਤੇ ਹੋਏਗਾ ਹੀ। ਇਸ ਤਰ੍ਹਾਂ ਮਹਾਸ਼ਿਵ ਦੀ ਸ਼੍ਰੇਣੀ ਦੀ ਆਤਮਾ ਸ਼ਿਵ ਵੀ ਸ਼ਕਤੀ ਗਵਾਉਂਦਾ ਰਿਹਾ। ਸ਼ਿਵ ਵੀ ਬ੍ਰਹਮੰਡ ਦੀ ਸਿਰਜਣਾ ਅਤੇ ਸਮਾਪਤੀ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਮਹਾਸ਼ਿਵ ਵੀ ਗੈਲੈਕਸੀ ਜਾਣੀ ਆਕਾਸ਼ ਗੰਗਾ ਨੂੰ ਬਣਾਉਂਦੇ ਹਨ। ਅਜਿਹੇ ਹੀ ਮਹਾਸ਼ਿਵ ਵਿੱਚ ਵੀ ਸ਼ਕਤੀ ਘੱਟ ਹੁੰਦੀ ਰਹਿੰਦੀ ਹੈ। ਪਰਮ ਮਹਾਸ਼ਿਵ ਵੀ ਯੂਨੀਵਰਸ ਦੀ ਸਿਰਜਣਾ ਕਰਦਾ ਹੈ। ਸਿਰਜਣਾ ਸਮਾਪਤੀ ਯੂਨੀਵਰਸ ਵਿੱਚ ਵੀ ਹੁੰਦਾ ਹੈ। ਗ੍ਰੇਟ ਯੂਨੀਵਰਸ ਦਾ ਵੀ ਹੁੰਦਾ ਹੈ, ਮਲਟੀਵਰਸ ਦਾ ਵੀ ਹੁੰਦਾ ਹੈ। ਸਿਰਜਣਾ ਅਤੇ ਸਮਾਪਤੀ ਤੇ ਹੁੰਦੀ ਹੀ ਰਹਿੰਦੀ ਹੈ। ਆਨੰਦ ਬਾਪੂ ਜੀ ਅੱਜ ਆਪ ਜੀ ਨੇ ਅਜਿਹੇ 10 ਰਾਜ ਦੱਸੇ ਹਨ। ਸਾਡੇ ਕੋਲ ਇਸ ਦੇ ਹਰ ਵਿਸ਼ੇ ਤੇ ਵੀਡੀਓਜ਼ ਹਨ। ਅਨਸਪੋਕਨ ਟਰੁੱਥ ਜਾਣੀ ਬਾਪੂ ਜੀ ਦੁਆਰਾ ਅਣਕਹੇ ਸੱਚ ਦਾ ਇੱਕ ਪਲੇਲਿਸਟ ਹੈ, ਜਿਸ ਵਿੱਚ ਬਾਪੂ ਜੀ ਨੇ ਵੀਡੀਓ ਵਿੱਚ ਹਰ ਵਿਸ਼ੇ ਤੇ ਵਧੇਰੇ ਤੌਰ ਤੇ ਜਾਣਕਾਰੀ ਦਿੱਤੀ ਹੈ। ਕੋਈ 1 ਘੰਟਾ, ਕੋਈ 25 ਮਿੰਟ, ਕੋਈ ਅੱਧਾ ਘੰਟਾ, ਬਹੁਤ ਵੱਖਰੇ ਵਿਸ਼ਿਆਂ ਦੀ ਜਾਣਕਾਰੀਆਂ ਦਿੱਤੀਆਂ ਹਨ। ਆਤਮਾ ਦੀ ਯਾਤਰਾ, ਤੱਤ ਤੋਂ ਪਰਮ ਤੱਤ ਤੱਕ ਦੀ ਯਾਤਰਾ, ਇਸ ਤਰ੍ਹਾਂ ਦੀ ਮੌਤ ਤੋਂ ਬਾਅਦ ਦਾ ਜੀਵਨ, ਸੂਖਮ ਜਗਤ, ਕਾਰਨ ਸਰੀਰ, ਸੂਖਮ ਸਰੀਰ, ਅਜਿਹੇ ਬਹੁਤ ਸਾਰੇ ਵਿਸ਼ੇ ਜੋ ਵੀ ਆਪ ਜੀ ਸੋਚ ਸਕਦੇ ਹੋ, ਉਹ ਹਰ ਵਿਸ਼ੇ ਤੇ ਬਾਪੂ ਜੀ ਨੇ ਦੀਆਂ ਵੀਡੀਓਜ਼ ਹਨ। ਜੋ ਵੀ ਵਿਅਕਤੀ ਗਿਆਨ ਦੀ ਗਹਿਰਾਈ ਵਿੱਚ ਜਾਣਾ ਚਾਹੁੰਦਾ ਹੈ, ਉਹ ਬਾਪੂ ਜੀ ਦੀਆਂ ਇਹਨਾਂ ਵੀਡੀਓਜ਼ ਨੂੰ ਜ਼ਰੂਰ ਵੇਖਣ, ਕਿਉਂਕਿ ਇਹ ਅਮੁੱਲਾ ਗਿਆਨ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਆਤਮਾ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ। ਅਤੇ ਇਹ ਉਹ ਰਾਜ਼ ਹੈ ਜੋ ਹਰ ਆਤਮਾ ਨੂੰ ਮੌਤ ਤੋਂ ਪਹਿਲਾਂ ਜਾਣ ਲੈਣਾ ਚਾਹੀਦਾ ਹੈ, ਤਾਂ ਕਿ ਉਹ ਅਗਲਾ ਜਨਮ ਜਾਂ ਉਸ ਨੂੰ ਅੱਗੇ ਕੀ ਕਰਨਾ ਹੈ, ਉਹ ਕਿਸ ਲੋਕ ਵਿੱਚ ਜਾਣਾ ਚਾਹੁੰਦਾ ਹੈ, ਅਮਰ ਲੋਕ ਵਿੱਚ ਜਾਣਾ ਚਾਹੁੰਦਾ ਹੈ, ਉਸ ਨੂੰ ਹੁਣ ਤੋਂ ਹੀ ਪਤਾ ਲੱਗ ਜਾਵੇ, ਤਾਂ ਕਿ ਉਹ ਅਜਿਹੇ ਕਰਮ ਕਰੇ ਤਾਂ ਜੋ ਉਹ ਵਾਪਸੀ ਦਾ ਉਲਟਾ ਸਫ਼ਰ ਸ਼ੁਰੂ ਕਰ ਸਕੇ। ਬਾਪੂ ਜੀ ਹੋਰ ਕੁਝ ਕਹਿਣਾ ਚਾਹੋਗੇ? ਬਾਪੂ ਜੀ ਹਾਂ, ਹੇ ਆਤਮਾਓ, ਅੱਖਾਂ ਖੋਲੋ ਅਤੇ ਖੂਹ ਦੇ ਡੱਡੂ ਬਣਨ ਦੀ ਬਜਾਏ ਗਿਆਨ ਦੇ ਸਮੁੰਦਰ ਵਿੱਚ ਮੱਛੀ ਬਣੋ। ਆਪਣੀ ਬੁੱਧੀ ਨੂੰ ਬੇਹੱਦ ਦੀ ਬੁੱਧ ਬਣਾਓ। ਬੇਹੱਦ ਦਾ ਸੰਸਾਰ ਕਿੰਨਾ ਵੱਡਾ ਹੈ। ਬ੍ਰਹਮੰਡ, ਮਹਾਬ੍ਰਹਮੰਡ ਜਾਣੀ ਗੈਲੈਕਸੀ, ਯੂਨੀਵਰਸ, ਮਲਟੀਵਰਸ, ਇਹ ਕਿਉਂ ਬਣੇ, ਕਿਸ ਤਰ੍ਹਾਂ ਬਣੇ, ਸਾਰੇ ਵੇਖਣ, ਸੋਚਣ, ਸਮਝਣ ਅਤੇ ਮੈਂ ਧਰਤੀ ਤੇ ਕਿੱਥੋਂ ਆਇਆ ਹਾਂ, ਕਿਉਂ ਆਇਆ ਹਾਂ, ਮੈਂ ਕੌਣ ਹਾਂ। ਆਪਣੇ ਆਪ ਨੂੰ ਜਾਣੋ ਅਤੇ ਸਵੈ ਬਦਲਾਵ ਜਾਣੀ ਆਪਣੇ ਆਪ ਦਾ ਬਦਲਾਵ ਕਰਕੇ ਸੰਸਾਰ ਦਾ ਬਦਲਾਵ ਕਰੋ। ਆਪਣੇ ਆਪ ਦੇ ਬਦਲਾਵ ਤੋਂ ਵਿਸ਼ਵ ਦੀ ਤਬਦੀਲੀ ਵੀ ਕਰ ਸਕਦੇ ਹੋ। ਸਾਡਾ ਉਦੇਸ਼ ਮਹਾ ਵਿਸ਼ਵ ਪਰਿਵਰਤਨ ਹੈ। ਆਪਣੇ ਆਪ ਦਾ ਬਦਲਾਵ ਕਰਨ ਤੋਂ ਵਿਸ਼ਵ ਪਰਿਵਰਤਨ ਜਾਣੀ ਸੰਸਾਰ ਦਾ ਬਦਲਾਵ ਹੋ ਹੀ ਜਾਏਗਾ। ਪਰਮ ਸ਼ਾਂਤੀ। ਆਨੰਦ ਬਾਪੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਸਾਡੇ ਸਰੋਤਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ, ਕਿਉਂਕਿ ਸਾਡੇ ਚੈਨਲ ਤੇ ਨਵੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਹਨ। ਸਾਡੇ ਇਸ ਚੈਨਲ ਤੇ 1600 ਤੋਂ ਜ਼ਿਆਦਾ ਯਾਨੀ 1600 ਤੋਂ ਜ਼ਿਆਦਾ ਵੀਡੀਓਜ਼ ਹਨ। ਆਪ ਜੀ ਨੂੰ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ। ਆਪ ਜੀ ਇੱਕ ਕਰਕੇ ਫॉर द ਬਿਗਨਰਸ, ਮੈਡੀਟੇਸ਼ਨ ਪਲੇਲਿਸਟ, ਅਨਸਪੋਕਨ ਟਰੁੱਥ ਨੂੰ ਵੇਖਣਾ ਸ਼ੁਰੂ ਕਰੋ ਜੀ, ਤਾਂ ਕਿ ਆਪ ਜੀ ਨੂੰ ਹੋਰ ਵੀ ਮਦਦ ਮਿਲ ਸਕੇ। ਆਤਮਾ ਦੀ ਅੰਤਮ ਅਵਸਥਾ ਜੋ ਕਿ ਫਾਈਨਲ ਅਵਸਥਾ ਹੈ, ਉਸ ਵਿੱਚ ਸਾਨੂੰ ਥੋੜ੍ਹੇ ਸਮੇਂ ਵਿੱਚ ਲੰਬੇ ਯਤਨ ਕਰਨ ਦੀ ਲੋੜ ਨਹੀਂ ਹੈ। ਇਸ ਗਿਆਨ ਰਾਹੀਂ ਅਸੀਂ ਪਰਮ ਤੱਤ ਦੇ ਸਰੂਪ ਨੂੰ ਵਾਪਸ ਪ੍ਰਾਪਤ ਕਰ ਸਕਦੇ ਹਾਂ ਅਤੇ ਆਤਮਾ ਤੋਂ ਪਰਮਾਤਮਾ ਅਤੇ ਸ਼ਿਵਤਵ ਦੀ ਪ੍ਰਾਪਤੀ ਕਰ ਸਕਦੇ ਹਾਂ। ਬਾਪੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਰਮ ਸ਼ਾਂਤੀ।
की परम शांति सोचो, बोलो परम शांति। Join us daily for live meditation, 10 p.m. to 11 p.m. on YouTube Live. Subscribe now. Website www.paramshanti.org. Email us anant@paramshanti.org. Like, share, subscribe. Join today. बेहद की परम शांति सोचो।